ਇੱਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਜੀ ਇੱਕ ਹੈ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜੀ। ਰਾਗ ਗੌੜੀ ਮਹੱਲਾ ਨੌਵਾਂ। ਰਾਗ ਗੌੜੀ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਸਾਧੋ ਮਨ ਕਾ ਮਾਨ ਤਿਆਗੋ, ਹੇ ਸੰਤ ਜਨੋ ਆਪਣੇ ਮਨ ਦਾ ਹੰਕਾਰ ਛੱਡ ਦਿਓ ਜੀ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਰਹਾਉ ਕਾਮ ਅਤੇ ਕ੍ਰੋਧ ਵੀ ਭੈੜੇ ਮਨੁੱਖ ਦੀ ਸੰਗਤ ਵਾਂਗ ਹੀ ਹੈ, ਇਸ ਤੋਂ ਵੀ ਦਿਨ ਰਾਤ ਹਰ ਵੇਲੇ ਪਰੇ ਰਹੋ ਜੀ। ਸੁਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ। ਇਹ ਸੰਤ ਜਨੋ ਜਿਹੜਾ ਮਨੁੱਖ ਸੁੱਖ ਅਤੇ ਦੁੱਖ ਦੋਹਾਂ ਨੂੰ ਇੱਕੋ ਜਿਹਾ ਜਾਣਦਾ ਹੈ ਅਤੇ ਜਿਹੜਾ ਆਦਰ ਤੇ ਨਿਰਾਦਰੀ ਨੂੰ ਵੀ ਇੱਕ ਸਮਾਨ ਜਾਣਦਾ ਹੈ ਜੀ। ਹਰਖ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਨਾ। ਕੋਈ ਮਨੁੱਖ ਉਸ ਦਾ ਆਦਰ ਕਰੇ ਤਾਂ ਵੀ ਪਰਵਾਹ ਨਹੀਂ, ਜੇ ਕੋਈ ਉਸ ਦੀ ਨਿਰਾਦਰੀ ਕਰੇ ਤਾਂ ਵੀ ਪਰਵਾਹ ਨਹੀਂ। ਤੇ ਜਿਹੜਾ ਮਨੁੱਖ ਖੁਸ਼ੀ ਅਤੇ ਗਮੀ ਦੋਹਾਂ ਤੋਂ ਨਿਰਲੇਪ ਰਹਿੰਦਾ ਹੈ, ਖੁਸ਼ੀ ਦੇ ਵੇਲੇ ਹੰਕਾਰ ਵਿੱਚ ਨਹੀਂ ਆ ਜਾਂਦਾ ਤੇ ਗਮੀ ਦੇ ਵੇਲੇ ਘਬਰਾ ਨਹੀਂ ਜਾਂਦਾ, ਉਸ ਨੇ ਜਗਤ ਵਿੱਚ ਜੀਵਨ ਦਾ ਭੇਦ ਸਮਝ ਲਿਆ ਹੈ ਜੀ। ਉਸਤਤ ਨਿੰਦਾ ਦੂਰ ਤਿਆਗੈ, ਖੋਜੈ ਪਦ ਨਿਰਵਾਣਾ। ਇਹ ਸੰਤ ਜਨੋ ਉਸ ਮਨੁੱਖ ਨੇ ਅਸਲੀਅਤ ਲੱਭ ਲਈ ਹੈ, ਜਿਹੜਾ ਨਾ ਕਿਸੇ ਦੀ ਖੁਜਾਮਤ ਕਰਦਾ ਹੈ, ਨਾ ਕਿਸੇ ਦੀ ਨਿੰਦਾ ਕਰਦਾ ਹੈ, ਤੇ ਜੋ ਉਸ ਆਤਮਿਕ ਅਵਸਥਾ ਦੀ ਸਦਾ ਭਾਲ ਕਰਦਾ ਹੈ ਜਿੱਥੇ ਕੋਈ ਬਾਸ਼ਨਾ ਪੋ ਨਹੀਂ ਸਕਦੀ ਜੀ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਹੇ ਨਾਨਕ, ਇਹ ਜੀਵਨ ਖੇਡ ਖੇਡਣੀ ਔਖੀ ਹੈ। ਕੋਈ ਬਿਰਲਾ ਮਨੁੱਖ ਗੁਰੂ ਜੀ ਦੀ ਸ਼ਰਨ ਪੈ ਕੇ ਇਸ ਨੂੰ ਸਮਝਦਾ ਹੈ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਰਚੀ ਹੋਈ ਇਹ ਬਾਣੀ ਹੈ ਜੀ। ਸਾਧੋ ਰਚਨਾ ਰਾਮ ਬਨਾਈ। ਇਹ ਸੰਤ ਜਨੋ ਪਰਮਾਤਮਾ ਜੀ ਨੇ ਜਗਤ ਦੀ ਇਹ ਅਚਰਜ ਰਚਨਾ ਰਚ ਦਿੱਤੀ ਹੈ ਜੀ। ਇੱਕ ਬਿਨਸੇ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਰਹਾਉ ਸਤਿਗੁਰੂ ਪਾਤਸ਼ਾਹ ਇੱਥੇ ਫਰਮਾਉਂਦੇ ਹਨ ਕਿ ਇੱਕ ਮਨੁੱਖ ਤਾਂ ਮਰਦਾ ਹੈ, ਪਰ ਦੂਜਾ ਮਨੁੱਖ ਉਸ ਨੂੰ ਮਰਦਿਆਂ ਦੇਖ ਕੇ ਵੀ ਆਪਣੇ ਆਪ ਨੂੰ ਸਦਾ ਟਿਕੇ ਰਹਿਣ ਵਾਲਾ ਸਮਝਦਾ ਹੈ। ਇਹ ਇੱਕ ਅਚਰਜ ਤਮਾਸ਼ਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਇਹ ਸੰਤ ਜਨੋ ਮਨੁੱਖ ਕਾਮ ਤੇ ਕ੍ਰੋਧ ਤੇ ਮੋਹ ਦੇ ਕਾਬੂ ਵਿੱਚ ਆਇਆ ਰਹਿੰਦਾ ਹੈ ਤੇ ਪ੍ਰਮਾਤਮਾ ਜੀ ਦੀ ਹਸਤੀ ਨੂੰ ਭੁਲਾਈ ਰੱਖਦਾ ਹੈ ਜੀ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਇਹ ਸਰੀਰ ਸਦਾ ਨਾ ਰਹਿਣ ਵਾਲਾ ਨਹੀਂ ਹੈ, ਪਰ ਮਨੁੱਖ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਹੈ। ਜਿਵੇਂ ਰਾਤ ਵੇਲੇ ਸੁੱਤਿਆਂ ਜਿਹੜਾ ਸੁਪਨਾ ਆਉਂਦਾ ਹੈ, ਮਨੁੱਖ ਨੀਂਦਰ ਦੀ ਹਾਲਤ ਵਿੱਚ ਉਸ ਸੁਪਨੇ ਨੂੰ ਅਸਲੀ ਵਾਪਰ ਰਹੀ ਗੱਲ ਸਮਝਦਾ ਹੈ ਜੀ। ਜੋ ਦਿਸੇ ਸੋ ਸਗਲ ਵਿਨਾਸੇ, ਜਿਉ ਬਾਦਰ ਕੀ ਛਾਈ। ਇਹ ਸੰਤ ਜਨੋ ਜਿਵੇਂ ਬੱਦਲ ਦੀ ਛਾਂ ਸਦਾ ਇੱਕ ਥਾਂ ਟਿਕੀ ਨਹੀਂ ਰਹਿ ਸਕਦੀ, ਤਿਵੇਂ ਜੋ ਕੁਝ ਜਗਤ ਵਿੱਚ ਦਿਸ ਰਿਹਾ ਹੈ ਉਹ ਸਭ ਕੁਝ ਆਪਣੇ ਆਪਣੇ ਸਮੇਂ ਨਾਸ ਹੋ ਜਾਂਦਾ ਹੈ ਜੀ। ਜਨ ਨਾਨਕ ਜਗ ਜਾਣਿਓ ਮਿਥਿਆ, ਰਹੋ ਰਾਮ ਚਰਨਾਈ। ਇਹ ਦਾਸ ਨਾਨਕ, ਜਿਸ ਮਨੁੱਖ ਨੇ ਜਗਤ ਨੂੰ ਨਾਸਵੰਤ ਸਮਝ ਲਿਆ ਹੈ, ਉਹ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਜੀ ਦੀ ਸ਼ਰਨ ਪਿਆ ਰਹਿੰਦਾ ਹੈ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਹ ਪਵਿੱਤਰ ਬਾਣੀ ਹੈ ਜੀ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ। ਮਨੁੱਖ ਨੂੰ ਪਰਮਾਤਮਾ ਜੀ ਦੀ ਸਿਫਤ ਸਲਾਹ ਆਪਣੇ ਮਨ ਵਿੱਚ ਵਸਾਣੀ ਨਹੀਂ ਆਉਂਦੀ ਜੀ। ਅਹਨਿਸ ਮਗਨ ਰਹੇ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ। ਰਹਾਉ ਦੱਸ ਉਹ ਮਨੁੱਖ ਕਿਵੇਂ ਪਰਮਾਤਮਾ ਜੀ ਦੇ ਗੁਣ ਗਾ ਸਕਦਾ ਹੈ ਜਿਹੜਾ ਦਿਨ ਰਾਤ ਮਾਇਆ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਜੀ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਧਾਵੈ। ਮਾਇਆ ਦੇ ਮੋਹ ਵਿੱਚ ਮਸਤ ਰਹਿਣ ਵਾਲਾ ਮਨੁੱਖ ਪੁੱਤਰ ਮਿੱਤਰ ਮਾਇਆ ਆਦਿਕ ਦੀ ਆਪਣਤ ਨਾਲ ਬੱਝਾ ਰਹਿੰਦਾ ਹੈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਮੋਹ ਦੇ ਬੰਧਨਾਂ ਵਿੱਚ ਬੰਨੀ ਰੱਖਦਾ ਹੈ ਜੀ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ, ਇਹੋ ਜਗ ਦੇਖ ਤਾਸ ਉੱਠ ਧਾਵੈ। ਮਾਇਆ ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ ਇਹ ਜਗਤ ਤਾਂ ਠੱਗ ਨੀਰੇ ਵਾਂਗ ਠੱਗੀ ਹੀ ਠੱਗੀ ਹੈ। ਜਿਵੇਂ ਹਰਨ ਠੱਗ ਨੀਰੇ ਨੂੰ ਵੇਖ ਕੇ ਉਸ ਵੱਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ ਦੇਖ ਕੇ ਇਸ ਵੱਲ ਸਦਾ ਦੌੜਦਾ ਰਹਿੰਦਾ ਹੈ ਤੇ ਆਤਮਕ ਮੌਤ ਸਹੇੜਦਾ ਹੈ ਜੀ। ਮੁਕਤ ਭੁਗਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਮੂਰਖ ਮਨੁੱਖ ਉਸ ਮਾਲਕ ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜਿਹੜਾ ਦੁਨੀਆ ਦੇ ਭੋਗਾਂ ਦੇ ਸੁੱਖਾਂ ਦਾ ਵੀ ਮਾਲਕ ਹੈ
ਤੇ ਜਿਹੜਾ ਮੋਖ ਵੀ ਦੇਣ ਵਾਲਾ ਹੈ ਜੀ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਹੇ ਦਾਸ ਨਾਨਕ, ਕਰੋੜਾਂ ਵਿੱਚੋਂ ਕੋਈ ਬਿਰਲਾ ਮਨੁੱਖ ਹੁੰਦਾ ਹੈ ਜਿਹੜਾ ਜਗਤ ਠੱਗ ਨੀਰੇ ਦੇ ਮੋਹ ਤੋਂ ਬਚ ਕੇ ਪਰਮਾਤਮਾ ਜੀ ਦੀ ਭਗਤੀ ਪ੍ਰਾਪਤ ਕਰਦਾ ਹੈ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਾਵਨ ਪਵਿੱਤਰ ਬਾਣੀ ਹੈ ਜੀ। ਸਾਧੋ ਇਹ ਮਨ ਗਹਿਓ ਨਾ ਜਾਈ। ਇਹ ਸੰਤ ਜਨੋ, ਇਹ ਮਨ ਬਸ ਵਿੱਚ ਕੀਤਾ ਨਹੀਂ ਜਾ ਸਕਦਾ ਜੀ। ਚੰਚਲ ਤ੍ਰਿਸ਼ਨਾ ਸੰਗ ਵਸਤ ਹੈ, ਜਾਂ ਤੇ ਥਿਰ ਨਾ ਰਹਾਈ ਰਹਾਓ। ਕਿਉਂਕਿ ਇਹ ਮਨ ਸਦਾ ਅਨੇਕਾਂ ਹਾਵ ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟੇਕੇ ਨਹੀਂ ਰਹਿੰਦਾ ਜੀ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜੇ ਸੁਧ ਸਭ ਬਿਸਰਾਈ। ਇਹ ਸੰਤ ਜਨੋ, ਬੱਸ ਵਿੱਚ ਨਾ ਆ ਸਕਣ ਵਾਲਾ ਕ੍ਰੋਧ ਵੀ ਇਸ ਹਿਰਦੇ ਵਿੱਚ ਹੀ ਵਸਦਾ ਹੈ, ਜਿਸ ਨੇ ਮਨੁੱਖ ਨੂੰ ਭਲੇ ਪਾਸੇ ਦੀ ਸਾਰੀ ਹੋਸ਼ ਭੁਲਾ ਦਿੱਤੀ ਹੈ ਜੀ। ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਉ ਕਛ ਨਾ ਵਸਾਈ। ਕ੍ਰੋਧ ਨੇ ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਜੀ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਸਾਰੇ ਜੋਗੀ ਇਸ ਮਨ ਨੂੰ ਕਾਬੂ ਕਰਨ ਦੇ ਯਤਨ ਕਰਦੇ ਕਰਦੇ ਥੱਕ ਗਏ। ਵਿਦਵਾਨ ਮਨੁੱਖ ਆਪਣੀ ਵਿਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ। ਨਾ ਯੋਗ ਸਾਧਨ ਨਾ ਵਿਦਿਆ ਮਨ ਨੂੰ ਕੋਈ ਵੀ ਵਸ ਵਿੱਚ ਲਿਆਉਣ ਦੇ ਸਮਰੱਥ ਨਹੀਂ ਹੈ ਜੀ। ਜਨ ਨਾਨਕ ਹਰ ਭੈ ਦਇਆਲਾ, ਤੋ ਸਭ ਬਿਦ ਬਨ ਆਈ। ਹੇ ਦਾਸ ਨਾਨਕ, ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਤਾਂ ਇਸ ਮਨ ਨੂੰ ਕਾਬੂ ਵਿੱਚ ਰੱਖਣ ਦੇ ਸਾਰੇ ਢੋ ਢੁੱਕ ਪੈਂਦੇ ਹਨ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਦੀ ਇਹ ਵਿਚਾਰ ਚੱਲ ਰਹੀ ਹੈ ਜੀ। ਸਾਧੋ ਗੋਬਿੰਦ ਕੇ ਗੁਣ ਗਾਵੋ। ਇਹ ਸੰਤ ਜਨੋ, ਸਦਾ ਗੋਬਿੰਦ ਦੇ ਗੁਣ ਗਾਉਂਦੇ ਰਿਹਾ ਕਰੋ ਜੀ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ, ਇਸ ਨੂੰ ਅਜਾਈਂ ਕਿਉਂ ਗਵਾਉਂਦੇ ਹੋ ਜੀ। ਪਤਿਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ। ਇਹ ਸੰਤ ਜਨੋ, ਪਰਮਾਤਮਾ ਜੀ ਉਹਨਾਂ ਬੰਦਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਜਿਹੜੇ ਵਿਕਾਰਾਂ ਵਿੱਚ ਡਿੱਗੇ ਹੋਏ ਹੁੰਦੇ ਹਨ। ਉਹ ਹਰੀ ਗਰੀਬਾਂ ਦਾ ਸਹਾਈ ਹੈ, ਤੁਸੀਂ ਵੀ ਉਸੇ ਦੀ ਸ਼ਰਨ ਪਵੋ ਜੀ। ਗੱਜ ਕੋ ਤਰਾਸ ਮਿਟਿਓ ਜੇ ਸਿਮਰਤ, ਤੁਮ ਕਾਹੇ ਵਿਸਰਾਵੋ। ਜਿਸ ਦਾ ਸਿਮਰਨ ਕਰਕੇ ਹਾਥੀ ਦਾ ਡਰ ਮਿਟ ਗਿਆ ਸੀ, ਤੁਸੀਂ ਉਸ ਨੂੰ ਕਿਉਂ ਭੁਲਾ ਰਹੇ ਹੋ ਜੀ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਇਹ ਸੰਤ ਜਨੋ, ਹੰਕਾਰ ਦੂਰ ਕਰਕੇ ਤੇ ਮਾਇਆ ਦਾ ਮੋਹ ਦੂਰ ਕਰਕੇ ਆਪਣਾ ਚਿੱਤ ਪਰਮਾਤਮਾ ਜੀ ਦੇ ਭਜਨ ਵਿੱਚ ਜੋੜੀ ਰੱਖੋ ਜੀ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਨਾਨਕ ਆਖਦਾ ਹੈ, ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਇਹੀ ਰਸਤਾ ਹੈ, ਪਰ ਗੁਰੂ ਜੀ ਦੀ ਸ਼ਰਨ ਪੈ ਕੇ ਹੀ ਤੁਸੀਂ ਇਹ ਰਸਤਾ ਲੱਭ ਸਕੋਗੇ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਪਵਿੱਤਰ ਬਾਣੀ ਹੈ ਜੀ। ਕੋ ਮਾਈ ਭੂਲਿਓ ਮਨ ਸਮਝਾਵੈ। ਹੇ ਮੇਰੀ ਮਾਂ, ਮਾਇਆ ਦੇ ਮੋਹ ਨਾਲ ਨੱਕਾ ਨੱਕ ਭਰੇ ਹੋਏ ਸੰਸਾਰ ਜੰਗਲ ਵਿੱਚ ਮੇਰਾ ਮਨ ਕੁਰਾਹੇ ਪੈ ਗਿਆ ਹੈ। ਮੈਨੂੰ ਕੋਈ ਐਸਾ ਗੁਰਮੁਖ ਮਿਲ ਪਵੇ ਜਿਹੜਾ ਮੇਰੇ ਇਸ ਕੁਰਾਹੇ ਪਏ ਹੋਏ ਮਨ ਨੂੰ ਮੱਤ ਦੇਵੇ ਜੀ। ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ ਰਹਾਉ। ਇਹ ਭੁੱਲਿਆ ਮਨ ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਅਤੇ ਸੰਤ ਜਨਾਂ ਦੇ ਉਪਦੇਸ਼ ਸੁਣ ਕੇ ਰਤਾ ਭਰ ਸਮੇਂ ਲਈ ਵੀ ਪਰਮਾਤਮਾ ਜੀ ਦੇ ਗੁਣ ਨਹੀਂ ਗਾਉਂਦਾ ਜੀ। ਦੁਰਲੰਭ ਦੇ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਹੇ ਮੇਰੀ ਮਾਂ, ਇਹ ਮਨ ਅਜਿਹਾ ਕੁਰਾਹੇ ਪਿਆ ਹੋਇਆ ਹੈ ਕਿ ਬੜੀ ਮੁਸ਼ਕਲ ਨਾਲ ਮਿਲ ਸਕਣ ਵਾਲਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਵੀ ਇਸ ਜਨਮ ਨੂੰ ਵਿਅਰਥ ਗੁਜ਼ਾਰਿਆ ਹੈ ਜੀ। ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੁਚ ਉਪਜਾਵੈ। ਹੇ ਮਾਂ, ਇਹ ਸੰਸਾਰ ਜੰਗਲ ਮਾਇਆ ਦੇ ਮੋਹ ਨਾਲ ਨੱਕਾ ਨੱਕ ਭਰਿਆ ਪਿਆ ਹੈ ਤੇ ਮੇਰਾ ਮਨ ਇਸ ਜੰਗਲ ਨਾਲ ਹੀ ਪ੍ਰੇਮ ਬਣਾ ਰਿਹਾ ਹੈ ਜੀ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨਿਹੋ ਨਾ ਲਾਵੈ। ਹੇ ਮੇਰੀ ਮਾਂ, ਜਿਹੜਾ ਪਰਮਾਤਮਾ ਜੀ ਹਰੇਕ ਜੀਵ ਦੇ ਅੰਦਰ ਤੇ ਬਾਹਰ ਹਰ ਵੇਲੇ ਵਸਦਾ ਹੈ, ਉਸ ਨਾਲ ਇਹ ਮੇਰਾ ਮਨ ਪਿਆਰ ਨਹੀਂ ਪਾਉਂਦਾ ਜੀ। ਨਾਨਕ ਮੁਕਤ ਤਾਹੇ ਤੁਮ ਮਾਨੋ,
ਜੇ ਘਟ ਰਾਮ ਸਮਾਵੈ। ਹੇ ਨਾਨਕ, ਮਾਇਆ ਦੇ ਮੋਹ ਨਾਲ ਭਰਪੂਰ ਸੰਸਾਰ ਜੰਗਲ ਵਿੱਚੋਂ ਖਲਾਸੀ ਤੁਸੀਂ ਉਸੇ ਮਨੁੱਖ ਨੂੰ ਮਿਲੀ ਸਮਝੋ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਜੀ ਵਸ ਰਿਹਾ ਹੈ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਮਹੱਲੇ 9ਵੇਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਪਵਿੱਤਰ ਬਾਣੀ ਦੀ ਉਚਾਰਨਤਾ ਕਰ ਰਹੇ ਨੇ ਜੀ। ਸਾਧੋ ਰਾਮ ਸ਼ਰਨ ਬਿਸਰਾਮਾਂ। ਹੇ ਸੰਤ ਜਨੋ, ਪਰਮਾਤਮਾ ਜੀ ਦੀ ਸ਼ਰਨ ਪਿਆਂ ਹੀ ਵਿਕਾਰਾਂ ਵਿੱਚ ਭਟਕਣ ਵੱਲੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਜੀ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਰਹਾਉ, ਵੇਦ ਪੁਰਾਣ ਆਦਿਕ ਧਰਮ ਪੁਸਤਕਾਂ ਪੜ੍ਹਨ ਦਾ ਇਹੀ ਲਾਭ ਹੋਣਾ ਚਾਹੀਦਾ ਹੈ ਕਿ ਮਨੁੱਖ ਪਰਮਾਤਮਾ ਜੀ ਦਾ ਨਾਮ ਸਿਮਰਦਾ ਰਹੇ ਜੀ। ਲੋਭ ਮੋਹ ਮਾਇਆ ਮਮਤਾ ਫੁਨ, ਓ ਵਿਖਿਆਨ ਕੀ ਸੇਵਾ। ਹਰਖ ਸੋਗ ਪਰਸੇ ਜੇ ਨਾਹਿਨ, ਸੋ ਮੂਰਤ ਹੈ ਦੇਵਾ। ਇਹ ਸੰਤ ਜਨੋ, ਲੋਭ ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਖੁਸ਼ੀ ਗਮੀ, ਇਹਨਾਂ ਵਿੱਚੋਂ ਕੋਈ ਵੀ ਜਿਸ ਮਨੁੱਖ ਨੂੰ ਛੂਹ ਨਹੀਂ ਸਕਦਾ, ਜਿਸ ਮਨੁੱਖ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ, ਉਹ ਮਨੁੱਖ ਪਰਮਾਤਮਾ ਜੀ ਦਾ ਰੂਪ ਹੈ ਜੀ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ। ਇਹ ਸੰਤ ਜਨੋ, ਉਹ ਮਨੁੱਖ ਪਰਮਾਤਮਾ ਜੀ ਦਾ ਰੂਪ ਹੈ ਜਿਸ ਨੂੰ ਸੁਰਗ ਅਤੇ ਨਰਕ, ਅੰਮ੍ਰਿਤ ਅਤੇ ਜ਼ਹਿਰ ਇੱਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇੱਕ ਸਮਾਨ ਪ੍ਰਤੀਤ ਹੁੰਦਾ ਹੈ ਜੀ। ਉਸਤਤ ਨਿੰਦਾ ਇਹ ਸਮ ਜਾਂ ਕੈ, ਲੋਭ ਮੋਹ ਫੁਨ ਤੈਸਾ। ਜਿਸ ਦੇ ਹਿਰਦੇ ਵਿੱਚ ਉਸਤਤ ਤੇ ਨਿੰਦਾ ਵੀ ਇੱਕੋ ਜਿਹੇ ਹਨ, ਕੋਈ ਉਸ ਦੀ ਵਡਿਆਈ ਕਰੇ ਕੋਈ ਉਸ ਦੀ ਨਿੰਦਾ ਕਰੇ, ਉਸ ਨੂੰ ਇੱਕ ਸਮਾਨ ਹਨ। ਜਿਸ ਦੇ ਹਿਰਦੇ ਵਿੱਚ ਲੋਭ ਵੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਵੀ ਪ੍ਰਭਾਵ ਨਹੀਂ ਪਾ ਸਕਦਾ ਜੀ। ਦੁੱਖ ਸੁੱਖ ਇਹ ਬਾਧੇ ਜੇ ਨਾਹਿਨ, ਤੇ ਤੁਮ ਜਾਣੋ ਗਿਆਨੀ। ਹੇ ਸੰਤ ਜਨੋ, ਤੁਸੀਂ ਉਸ ਮਨੁੱਖ ਨੂੰ ਪਰਮਾਤਮਾ ਜੀ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ ਜਿਸ ਨੂੰ ਨਾ ਕੋਈ ਦੁੱਖ ਤੇ ਨਾ ਕੋਈ ਸੁੱਖ ਆਪਣੇ ਪ੍ਰਭਾਵ ਵਿੱਚ ਬੰਨ ਨਹੀਂ ਸਕਦਾ ਜੀ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਹੇ ਨਾਨਕ, ਲੋਭ ਮੋਹ ਦੁੱਖ ਸੁੱਖ ਆਦਿਕ ਤੋਂ ਖਲਾਸੀ ਉਸ ਮਨੁੱਖ ਨੂੰ ਮਿਲੀ ਮੰਨੋ ਜਿਹੜਾ ਮਨੁੱਖ ਇਸ ਕਿਸਮ ਦੀ ਜੀਵਨ ਜੁਗਤ ਵਾਲਾ ਹੈ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਮਹੱਲੇ 9ਵੇਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਮਨ ਰੇ ਕਹਾਂ ਭਇਓ ਤੈਂ ਬੌਰਾ। ਹੇ ਮੇਰੇ ਮਨ, ਤੂੰ ਕਿੱਥੇ ਲੋਭ ਆਦਿਕ ਵਿੱਚ ਫਸ ਕੇ ਪਾਗਲ ਹੋ ਰਿਹਾ ਹੈ ਜੀ। ਐਨਿਸ ਔਦ ਘਟੇ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ। ਰਹਾਉ, ਦਿਨ ਰਾਤ ਉਮਰ ਘਟਦੀ ਰਹਿੰਦੀ ਹੈ ਪਰ ਮਨੁੱਖ ਇਹ ਗੱਲ ਸਮਝਦਾ ਨਹੀਂ ਤੇ ਲੋਭ ਵਿੱਚ ਫਸ ਕੇ ਕਮਜ਼ੋਰ ਆਤਮਿਕ ਜੀਵਨ ਵਾਲਾ ਬਣਦਾ ਜਾਂਦਾ ਹੈ ਜੀ। ਜੋ ਤਨ ਤੈਂ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਹੇ ਮੇਰੇ ਮਨ, ਜਿਹੜਾ ਇਹ ਸਰੀਰ ਤੂੰ ਆਪਣਾ ਕਰਕੇ ਸਮਝ ਰਿਹਾ ਹੈ ਅਤੇ ਘਰ ਦੀ ਸੁੰਦਰ ਇਸਤਰੀ ਨੂੰ ਆਪਣੀ ਮੰਨ ਰਿਹਾ ਹੈ ਜੀ। ਇਨ ਮੈਂ ਕੱਚ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ। ਇਹਨਾਂ ਵਿੱਚੋਂ ਕੋਈ ਵੀ ਤੇਰਾ ਸਦਾ ਨਿਭਣ ਵਾਲਾ ਸਾਥੀ ਨਹੀਂ ਹੈ। ਸੋਚ ਕੇ ਦੇਖ ਲੈ, ਵਿਚਾਰ ਕੇ ਦੇਖ ਲੈ ਜੀ। ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਹੇ ਮੇਰੇ ਮਨ, ਜਿਵੇਂ ਜੁਆਰੀਆ ਜੂਏ ਵਿੱਚ ਬਾਜੀ ਹਾਰਦਾ ਹੈ, ਤਿਵੇਂ ਤੂੰ ਆਪਣਾ ਕੀਮਤੀ ਮਨੁੱਖਾ ਜਨਮ ਹਾਰ ਰਿਹਾ ਹੈ, ਕਿਉਂਕਿ ਤੂੰ ਪਰਮਾਤਮਾ ਜੀ ਨਾਲ ਮਿਲਾਪ ਦੀ ਅਵਸਥਾ ਦੀ ਕਦਰ ਨਹੀਂ ਪਾਈ ਜੀ। ਨਿਮਕ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਦ ਸਿਰਾਨੀ। ਤੂੰ ਰਤਾ ਭਰ ਸਮੇਂ ਲਈ ਵੀ ਗੋਬਿੰਦ ਪ੍ਰਭੂ ਜੀ ਦੇ ਚਰਨਾਂ ਵਿੱਚ ਨਹੀਂ ਜੁੜਦਾ, ਤੂੰ ਵਿਅਰਥ ਉਮਰ ਗੁਜ਼ਾਰਿਆ ਹੈ ਜੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਹੇ ਨਾਨਕ, ਉਹੀ ਮਨੁੱਖ ਸੁਖੀ ਜੀਵਨ ਵਾਲਾ ਹੈ ਜੋ ਪਰਮਾਤਮਾ ਜੀ ਦਾ ਨਾਮ ਜਪਦਾ ਹੈ, ਜੋ ਪਰਮਾਤਮਾ ਜੀ ਦੇ ਗੁਣ ਗਾਉਂਦਾ ਹੈ ਜੀ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਬਾਕੀ ਦਾ ਸਾਰਾ ਜਹਾਨ ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਉਹ ਸਹਿਮਿਆ ਰਹਿੰਦਾ ਹੈ, ਉਹ ਉਸ ਆਤਮਿਕ ਅਵਸਥਾ ਉੱਤੇ ਨਹੀਂ ਪਹੁੰਚਦਾ ਜਿੱਥੇ ਕੋਈ ਡਰ ਪੋ ਨਹੀਂ ਸਕਦਾ ਜੀ। ਗੌੜੀ ਮਹੱਲਾ ਨੌਵਾਂ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਨਰ ਅਚੇਤ ਪਾਪ ਤੇ ਡਰ ਰੇ। ਇਹ ਗਾਫਲ ਮਨੁੱਖ ਪਾਪਾਂ ਤੋਂ ਬਚਿਆ ਰਹੋ ਜੀ। ਦੀਨ ਦਿਆਲ ਸਗਲ ਭੈ ਭੰਜਨ, ਸ਼ਰਨ ਤਾਹੇ ਤੁਮ ਪਰ ਰੇ। ਰਹਾ
ਜਾਓ ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ ਪਰਮਾਤਮਾ ਜੀ ਦੀ ਸ਼ਰਨ ਪਿਆਰ ਰਹੋ, ਜੋ ਪ੍ਰਭੂ ਜੀ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ ਜੀ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਂ ਕੋ ਨਾਮ ਹੀਏ ਮੋਹ ਧਰ ਰੇ। ਹੇ ਗਾਫਲ ਮਨੁੱਖ, ਉਸ ਪਰਮਾਤਮਾ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਰੱਖ, ਜਿਸ ਦੇ ਗੁਣ ਵੇਦ ਪੁਰਾਣ ਆਦਿਕ ਧਰਮ ਪੁਸਤਕ ਗਾ ਰਹੇ ਹਨ ਜੀ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸ ਮਲ ਸਭ ਹਰ ਰੇ। ਹੇ ਗਾਫਲ ਮਨੁੱਖ, ਪਾਪਾਂ ਤੋਂ ਬਚ ਕੇ ਪਵਿੱਤਰ ਕਰਨ ਵਾਲਾ ਜਗਤ ਵਿੱਚ ਪਰਮਾਤਮਾ ਜੀ ਦਾ ਨਾਮ ਹੀ ਹੈ। ਤੂੰ ਉਸ ਪਰਮਾਤਮਾ ਜੀ ਨੂੰ ਸਿਮਰ ਸਿਮਰ ਕੇ ਆਪਣੇ ਅੰਦਰੋਂ ਸਾਰੇ ਪਾਪ ਦੂਰ ਕਰ ਲੈ ਜੀ। ਮਾਨਸ ਦੇ ਬਹੁਰ ਨਹਿ ਪਾਵੈ, ਕਛੂ ਉਪਾਓ ਮੁਕਤ ਕਾ ਕਰ ਰੇ। ਹੇ ਗਾਫਲ ਮਨੁੱਖ, ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਗਾ। ਇਸ ਨੂੰ ਕਿਉਂ ਪਾਪਾਂ ਵਿੱਚ ਲੱਗ ਕੇ ਗਵਾ ਰਿਹਾ ਹੈ? ਇਹੀ ਵੇਲਾ ਹੈ ਇਹਨਾਂ ਪਾਪਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ, ਕੋਈ ਇਲਾਜ ਕਰ ਲੈ ਜੀ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ ਰਹੇ। ਤੈਨੂੰ ਨਾਨਕ ਆਖਦਾ ਹੈ, ਤਰਸ ਰੂਪ ਪਰਮਾਤਮਾ ਜੀ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜੀ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ, ਗੌੜੀ ਗੁਆਰੇਰੀ। ਲਓ ਜੀ, ਇਹਦਾ ਅਰਥ ਇਹ ਹੈ ਕਿ ਰਾਗ ਗੌੜੀ ਗੁਆਰੇਰੀ ਵਿੱਚ ਗੁਰੂ ਨਾਨਕ ਦੇਵ ਜੀ ਦੀ 8 ਬੰਦਾਂ ਵਾਲੀ ਬਾਣੀ ਹੈ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਅਕਾਲ ਪੁਰਖ ਜੀ ਇੱਕ ਹੈ, ਜਿਸ ਦਾ ਨਾਮ ਹੋਂਦ ਵਾਲਾ ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ ਹੈ ਜੀ। ਨਿੱਧ ਸਿੱਧ ਨਿਰਮਲ ਨਾਮ ਵਿਚਾਰ। ਪਰਮਾਤਮਾ ਜੀ ਦਾ ਨਿਰਮਲ ਨਾਮ ਮੇਰੇ ਵਾਸਤੇ ਆਤਮਿਕ ਖਜ਼ਾਨਾ ਹੈ। ਪਰਮਾਤਮਾ ਜੀ ਦੇ ਗੁਣਾਂ ਦੀ ਵਿਚਾਰ ਹੀ ਮੇਰੇ ਵਾਸਤੇ ਰਿੱਧੀਆਂ ਸਿੱਧੀਆਂ ਹੈ ਜੀ। ਪੂਰਨ ਪੂਰ ਰਹਿਆ ਬਿਖਮਾਰ। ਹੁਣ ਮੈਨੂੰ ਪਰਮਾਤਮਾ ਜੀ ਹਰ ਥਾਂ ਵਿਆਪਕ ਦਿਸ ਰਿਹਾ ਹੈ। ਮੈਂ ਮਾਇਆ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਮਾਰ ਲਿਆ ਹੈ ਜੀ। ਤ੍ਰਿਕੁਟੀ ਛੂਟੀ ਬਿਮਲ ਮਝਾਰ। ਉਸ ਮੱਤ ਦੀ ਬਰਕਤ ਨਾਲ ਪਵਿੱਤਰ ਹਰ ਨਾਮ ਵਿੱਚ ਲੀਨ ਰਹਿਣ ਕਰਕੇ ਮੇਰੀ ਅੰਦਰਲੀ ਖਿਝ ਮੁੱਕ ਗਈ ਹੈ ਜੀ।